ਪਿਆਰੇ ਵਿਦਿਆਰਥੀਓ, ਸਾਡਾ ਅੱਜ ਦਾ ਵਿਸ਼ਾ ਹੈ ਪਾਠ 18 ਗਿੱਠ ਮੁੱਠੀਆਂ ਵਾਲਾ ਖੂਹ। ਇਹ ਕਹਾਣੀ ਕਰਨਲ ਜਸਵੀਰ ਭੁੱਲਰ ਦੀ ਲਿਖੀ ਹੋਈ ਹੈ। ਨਿੱਕੇ ਜਿਹੇ ਉਸ ਪਿੰਡ ਦਾ ਨਾਂ ਖਵਾਸਪੁਰ ਸੀ। ਉੱਥੇ ਪੀਣ ਵਾਲੇ ਪਾਣੀ ਦੀ ਥੁੜ ਸੀ। ਜੇ ਪਿੰਡ ਵਿੱਚ ਇੱਕ ਖੂਹ ਹੋਰ ਹੋਵੇ ਤਾਂ ਪੀਣ ਵਾਲੇ ਪਾਣੀ ਦੀ ਘਾਟ ਪੂਰੀ ਹੋ ਸਕਦੀ ਸੀ। ਪਿੰਡ ਵਾਲਿਆਂ ਨੇ ਸ਼ਾਮਲਾਟ ਵਿੱਚ ਖੂਹ ਪੁੱਟਣ ਦਾ ਫੈਸਲਾ ਕਰ ਲਿਆ। ਸ਼ਾਮਲਾਟ ਹੁੰਦਾ ਪਿੰਡ ਦੀ ਸਾਂਝੀ ਜ਼ਮੀਨ। ਪਿੰਡ ਦੇ ਸਿਆਣਿਆਂ ਨੇ ਰਲ ਕੇ ਖੂਹ ਲਈ ਥਾਂ ਦੀ ਨਿਸ਼ਾਨਦੇਹੀ ਕੀਤੀ। ਉੱਥੇ ਉਹਨਾਂ ਇੱਕ ਗੋਲ ਦਾਇਰਾ ਬਣਾ ਦਿੱਤਾ। ਕੁਝ ਲੋਕ ਕਈਆਂ ਫੜ ਕੇ ਗੋਲ ਦਾਇਰੇ ਦੇ ਅੰਦਰੋਂ ਮਿੱਟੀ ਪੁੱਟਣ ਲੱਗ ਪਏ। ਉੱਥੇ ਪਟਾਈ ਵਾਲੀ ਥਾਂ ਥੋੜ੍ਹੀ ਸੀ। ਸਾਰੇ ਜਣੇ ਇੱਕੋ ਵੇਲੇ ਮਿੱਟੀ ਨਹੀਂ ਸਨ ਪੁੱਟ ਸਕਦੇ। ਉਹਨਾਂ ਕੰਮਾਂ ਦੀਆਂ ਬਾਰੀਆਂ ਬੰਨ੍ਹ ਲਈਆਂ। ਇੱਕ ਟੋਲੀ ਮਿੱਟੀ ਪੁੱਟਣ ਲੱਗ ਪਈ। ਦੂਜੀ ਟੋਲੀ ਟੋਕਰੀਆਂ ਵਿੱਚ ਮਿੱਟੀ ਪਾ ਦੂਰ ਸੁੱਟਣ ਲੱਗ ਪਈ। ਕੁਝ ਲੋਕ ਆਪਣੀ ਵਾਰੀ ਦੀ ਉਡੀਕ ਵਿੱਚ ਰੁੱਖਾਂ ਦੀ ਛਾਵੇਂ ਬੈਠ ਗਏ। ਪੱਧਰੀ ਥਾਂ ਨੇ ਹੌਲੀ-ਹੌਲੀ ਟੋਏ ਦਾ ਰੂਪ ਲੈ ਲਿਆ। ਪਹਿਲਾਂ ਪੁੱਟੇ ਜਾ ਰਹੇ ਖੂਹ ਵਿੱਚੋਂ ਸਿਰਫ ਸੁੱਕੀ ਮਿੱਟੀ ਹੀ ਨਿਕਲੀ। ਫਿਰ ਮਿੱਟੀ ਵਿੱਚ ਸਿੱਲ ਵੀ ਦਿਸਣ ਲੱਗ ਪਈ। ਸਿੱਲ ਹੁੰਦਾ ਨਵੀਂ। ਇੱਕ ਦਿਨ ਪਿੰਡੋਂ ਇੱਕ ਗੱਡਾ ਆਇਆ। ਗੱਡੇ ਉੱਤੇ ਕੱਟੀਆਂ ਤਰਾਸ਼ੀਆਂ ਲੱਕੜਾਂ ਲੱਦੀਆਂ ਹੋਈਆਂ ਸਨ। ਗੱਡੇ ਨਾਲ ਕਾਰੀਗਰ ਵੀ ਆਏ। ਕਾਰੀਗਰਾਂ ਨੇ ਉਹਨਾਂ ਲੱਕੜਾਂ ਨੂੰ ਜੋੜ ਕੇ ਇੱਕ ਵੱਡਾ ਸਾਰਾ ਗੋਲਾਕਾਰ ਪਹੀਆ ਬਣਾ ਦਿੱਤਾ। ਲੱਕੜ ਦੇ ਉਸ ਗੋਲ ਪਹੀਏ ਦਾ ਨਾਂ ਚੱਕ ਸੀ। ਚੱਕ ਬਹੁਤ ਭਾਰਾ ਸੀ। ਉਹਨਾਂ ਚੱਕ ਨੂੰ ਰੱਸਿਆਂ ਨਾਲ ਬੰਨ੍ਹਿਆ ਤੇ ਧੂ ਕੇ ਖੂਹ ਤੱਕ ਲੈ ਆਏ। ਇੱਕ ਸਿਆਣੇ ਨੇ ਟੋਕਿਆ, ਬਈ ਹਾਲੇ ਖੂਹ ਹੋਰ ਡੂੰਘਾ ਪੁੱਟ ਲਓ। ਪਾਣੀ ਸਿਮ ਆਵੇ ਤਾਂ ਹੀ ਚੱਕ ਖੂਹ ਵਿੱਚ ਉਤਾਰਿਓ। ਸ਼ਿਬੂ ਬਾਗੀ ਨੇ ਖੂਹ ਦੇ ਅੰਦਰ ਝਾਕਿਆ। ਭਰਾਵੋ, ਅੰਦਰ ਤਾਂ ਵਾਹਵਾ ਹਨੇਰਾ ਏ। ਮਿੱਟੀ ਧਿਆਨ ਨਾਲ ਪੁੱਟਿਓ। ਇਹੋ ਜਿਹੇ ਖੂਹਾਂ ਵਿੱਚੋਂ ਕਈ ਵਾਰ ਗਿੱਠ ਮੁੱਠੀਏ ਨਿਕਲ ਆਉਂਦੇ ਹੁੰਦੇ ਨੇ। ਜੇ ਕਿਸੇ ਗਿੱਠ ਮੁੱਠੀਏ ਦੇ ਥਾਂ ਲੱਗ ਗਈ ਤਾਂ ਜੀਵ ਹੱਤਿਆ ਦਾ ਪਾਪ ਲੱਗੂ। ਗਿੱਠ ਮੁੱਠੀਏ ਦਾ ਮਤਲਬ ਹੁੰਦਾ ਇੱਕ ਛੋਟਾ ਜਿਹਾ ਇੱਕ ਗਿੱਠ ਤੇ ਇੱਕ ਮੁੱਠੀ ਦਾ ਆਦਮੀ। ਉਸ ਵੇਲੇ ਦੁਪਹਿਰ ਢਲ ਰਹੀ ਸੀ। ਰੁੱਖਾਂ ਦੇ ਝੁੰਡ ਹੇਠਾਂ ਸਾਰਿਆਂ ਲਈ ਚਾਹ ਬਣ ਰਹੀ ਸੀ। ਧੂੰਆਂ ਉੱਚਾ ਉੱਠ ਰਿਹਾ ਸੀ। ਝੁੰਡ ਵੱਲੋਂ ਕਿਸੇ ਨੇ ਉੱਚੀ ਆਵਾਜ਼ ਵਿੱਚ ਹੋਕਾ ਦਿੱਤਾ, ਉਹ ਬਈਓ, ਚਾਹ ਤਿਆਰ ਹੈ। ਸਾਰੇ ਚਾਹ ਪੀਣ ਲਈ ਰੁੱਖਾਂ ਦੇ ਝੁੰਡ ਵੱਲ ਤੁਰ ਪਏ। ਵੀਰਾ ਸਕੂਲ ਪੜ੍ਹਨ ਗਿਆ ਹੋਇਆ ਸੀ। ਛੁੱਟੀ ਹੋਈ ਤਾਂ ਉਹ ਸਿੱਧਾ ਸ਼ਾਮਲਾਟ ਵਿੱਚ ਪਹੁੰਚ ਗਿਆ। ਉਹਨੇ ਗਿੱਠ ਮੁੱਠੀਆਂ ਬਾਰੇ ਸੁਣਿਆ ਹੋਇਆ ਸੀ। ਉਹ ਖੂਹ ਵਿੱਚੋਂ ਗਿੱਠ ਮੁੱਠੀਆਂ ਨਿਕਲਦਾ ਵੇਖਣਾ ਚਾਹੁੰਦਾ ਸੀ। ਰੁੱਖਾਂ ਹੇਠ ਵੀ ਗਿੱਠ ਮੁੱਠੀਆਂ ਦੀਆਂ ਗੱਲਾਂ ਛਿੜੀਆਂ ਹੋਈਆਂ ਸਨ। ਚਾਹ ਦੀ ਘੁੱਟ ਭਰਦਿਆਂ ਸ਼ਿਬੂ ਬਾਗੀ ਨੇ ਦੱਸਿਆ, ਇੱਕ ਗਿੱਠ ਤੇ ਇੱਕ ਮੁੱਠ, ਬਸ ਇੰਨਾ ਕੁ ਲੰਮਾ ਹੁੰਦਾ ਗਿੱਠ ਮੁੱਠੀਆ, ਤਾਂ ਹੀ ਤਾਂ ਉਹਨੂੰ ਗਿੱਠ ਮੁੱਠੀਆ ਕਹਿੰਦੇ ਨੇ। ਬਾਬਾ ਲੱਖਾ ਸਿੰਘ ਨੇ ਦੱਸਿਆ, ਜਦੋਂ ਸਾਡੀ ਪੈਲੀ ਵਾਲਾ ਖੂਹ ਪੁੱਟਿਆ ਗਿਆ ਸੀ, ਉਦੋਂ ਉਸ ਖੂਹ ਵਿੱਚੋਂ ਨਿਕਲਿਆ ਸੀ ਗਿੱਠ ਮੁੱਠੀਆ। ਬਾਪੂ ਨੇ ਤਾਂ ਨਾਲ ਹੀ ਦਬੋਚ ਲਿਆ ਸੀ। ਉਹ ਬਾਹਰ ਦੀ ਹਵਾ ਵਿੱਚ ਹੋਰੂ ਜਿਹੇ ਸਾਹ ਲੈਣ ਲੱਗ ਪਿਆ। ਧਰਤੀ ਹੇਠ ਰਹਿਣ ਵਾਲਾ ਜੀਵ ਜੋ ਸੀ। ਬਾਪੂ ਨੇ ਉਹਨੂੰ ਕੱਪੜਿਆਂ ਵਿੱਚ ਵਲੇਟਿਆ। ਰੂਹ ਦਾ ਤੁੰਬਾ ਦੁੱਧ ਵਿੱਚ ਭਿਉਂ ਕੇ ਉਹਦੇ ਮੂੰਹ ਨੂੰ ਲਾਇਆ। ਉਹਨੇ ਇੱਕ ਦੋ ਹਿਚਕੀਆਂ ਲਈਆਂ ਤੇ ਰੱਬ ਨੂੰ ਪਿਆਰਾ ਹੋ ਗਿਆ। ਸੁੱਚਾ ਸਿੰਘ ਨੂੰ ਗਿੱਠ ਮੁੱਠੀਆਂ ਬਾਰੇ ਗੱਲਾਂ ਬੇਥਮੀਆਂ ਲੱਗ ਰਹੀਆਂ ਸਨ। ਬੇਥਮੀਆਂ ਮਤਲਬ ਜਿਨ੍ਹਾਂ ਦਾ ਕੋਈ ਮਤਲਬ ਹੀ ਨਾ ਹੋਵੇ। ਉਹ ਚੁੱਪ ਬੈਠਾ ਚਾਹ ਦੀਆਂ ਘੁੱਟਾਂ ਭਰਦਾ ਰਿਹਾ। ਚਾਹ ਮੁਕਾ ਕੇ ਉਸ ਪੁੱਛਿਆ, ਬਾਬਾ, ਫੇਰ ਤਾਂ ਤੂੰ ਵੀ ਗਿੱਠ ਮੁੱਠੀਆ ਵੇਖਿਆ ਹੋ? ਬਾਬਾ ਲੱਖਾ ਸਿੰਘ ਨੇ ਸਪਸ਼ਟ ਜਵਾਬ ਦਿੱਤਾ, ਨਹੀਂ, ਮੈਂ ਗਿੱਠ ਮੁੱਠੀਏ ਕਿੱਥੋਂ ਵੇਖਣੇ ਸੀ। ਮੇਰੇ ਵੇਲੇ ਤਾਂ ਬਹੁਤੇ ਖੂਹ ਪੁੱਟੇ ਨਹੀਂ ਗਏ। ਤਾਇਆ, ਤੂੰ ਵੇਖੇ ਨੇ ਗਿੱਠ ਮੁੱਠੀਏ? ਉਸ ਬਾਬਾ ਕੇਹਰ ਸਿੰਘ ਨੂੰ ਪੁੱਛਿਆ। ਨਹੀਂ ਪੁੱਤ, ਪਰ ਮੈਂ ਇੰਨਾ ਕੁ ਸੁਣਿਆ, ਗਿੱਠ ਮੁੱਠੀਏ ਹਰ ਖੂਹ ਵਿੱਚ ਨਹੀਂ ਹੁੰਦੇ। ਚਾਹ ਦਾ ਲੰਮਾ ਘੁੱਟ ਭਰ ਕੇ ਮਿਸਤਰੀ ਮਾਣਾ ਸਿੰਘ ਬੋਲਿਆ, ਸਾਡੇ ਖਾਨਦਾਨ ਦਾ ਤਾਂ ਬਾਹ ਵਾਸਤਾ ਹੀ ਖੂਹਾਂ ਦੇ ਕੰਮ ਨਾਲ ਰਿਹਾ। ਮੇਰਾ ਬਾਪੂ ਦੱਸਦਾ ਹੁੰਦਾ ਸੀ ਕਿ ਉਹਦੇ ਬਾਬੇ ਨੇ ਗਿੱਠ ਮੁੱਠੀਆਂ ਨਾਲ ਗੱਲਾਂ ਵੀ ਕੀਤੀਆਂ ਸਨ। ਵੇਖ ਲਿਓ ਭਾਵੇਂ, ਇਸ ਖੂਹ ਵਿੱਚੋਂ ਵੀ ਗਿੱਠ ਮੁੱਠੀਆਂ ਨਿਕਲ ਆਉਣੇ ਨੇ। ਹਜੂਰਾ ਸਿੰਘ ਉੱਠ ਕੇ ਖਲੋ ਗਿਆ। ਚਲੋ ਭਰਾਵੋ, ਉੱਠੋ, ਹੁਣ ਗੱਲਾਂ ਵਿੱਚ ਹੀ ਨਾ ਲੱਗੇ ਰਹੀਏ। ਚੱਕ ਨੂੰ ਖੂਹ ਵਿੱਚ ਉਤਾਰਨ ਦੀ ਤਿਆਰੀ ਕਰੀਏ। ਉਹ ਸਾਰੇ ਉੱਠ ਕੇ ਖੂਹ 'ਤੇ ਆ ਗਏ। ਵੀਰੇ ਦੀ ਗਿੱਠ ਮੁੱਠੀਏ ਵੇਖਣ ਦੀ ਜਿਗਿਆਸਾ ਹੋਰ ਵੱਧ ਗਈ। ਉਹਨਾਂ ਰਲ ਕੇ ਚੱਕ ਨੂੰ ਕੱਚੀ ਲੱਸੀ ਨਾਲ ਇਸ਼ਨਾਨ ਕਰਾਇਆ। ਚੱਕ ਦੇ ਚਾਰੇ ਪਾਸੇ ਮੋਟੇ-ਮੋਟੇ ਰੱਸੇ ਪਹਿਲਾਂ ਹੀ ਬੱਝੇ ਹੋਏ ਸਨ।
ਰੱਸਿਆਂ ਤੋਂ ਫੜ ਕੇ ਚੱਕ ਨੂੰ ਹੌਲੀ-ਹੌਲੀ ਖੂਹ ਵਿੱਚ ਉਤਾਰਦਿਆਂ ਉਹਨਾਂ ਖੂਹ ਦਾ ਪਾਣੀ ਮਿੱਠਾ ਹੋਣ ਦੀ ਕਾਮਨਾ ਕੀਤੀ। ਮਿਸਤਰੀ ਖੂਹ ਵਿੱਚ ਵੜ ਗਏ ਤੇ ਚੱਕ ਦੇ ਹੇਠਾਂ ਇੱਟਾਂ ਰੋੜੇ ਰੱਖ ਕੇ ਧਰਾਤਲ ਠੀਕ ਕਰਨ ਲੱਗ ਪਏ। ਹੁਣ ਚੱਕ ਬਿਲਕੁਲ ਪੱਧਰ ਉੱਤੇ ਹੈ, ਮਿਸਤਰੀ ਮਾਣਾ ਸਿੰਘ ਨੇ ਦੱਸਿਆ। ਚੱਕ ਉੱਤੇ ਇੱਟਾਂ ਦੀ ਚਿਣਾਈ ਸ਼ੁਰੂ ਹੋ ਗਈ। ਵੀਰਾ ਅਗਲੇ ਦਿਨ ਵੀ ਉੱਥੇ ਪਹੁੰਚ ਗਿਆ। ਉਸ ਦਿਨ ਵੀ ਖੂਹ ਵਿੱਚੋਂ ਕੋਈ ਗਿੱਠ-ਮੁੱਠੀਆ ਨਹੀਂ ਸੀ ਨਿਕਲਿਆ। ਵੀਰੇ ਨੇ ਵੇਖਿਆ ਮਿਸਤਰੀਆਂ ਨੇ ਚਿਣਾਈ ਦੇ ਕੁਝ ਗੇੜ ਦੇਣ ਪਿੱਛੋਂ ਚਿਣਾਈ ਬੰਦ ਕਰ ਦਿੱਤੀ ਸੀ। ਮਿਸਤਰੀ ਮਾਣਾ ਸਿੰਘ ਨੇ ਕਰੰਡੀ ਨੂੰ ਮਿੱਟੀ ਉੱਤੇ ਰਗੜ ਕੇ ਸਾਫ਼ ਕੀਤਾ। ਅੱਜ ਇੰਨਾ ਬਹੁਤ ਹੈ, ਕੰਧ ਜ਼ਿਆਦਾ ਉੱਚੀ ਕਰਨ ਨਾਲ ਚਿਣਾਈ ਡਿੱਗਣ ਦਾ ਡਰ ਰਹੂ। ਆਖਰਕਾਰ ਕੁਝ ਦਿਨਾਂ ਵਿੱਚ ਚਿਣਾਈ ਪੂਰੀ ਹੋ ਗਈ। ਕਾਰ ਸੇਵਾ ਵਾਲਿਆਂ ਨੇ ਗਾਰ ਕੱਢ ਕੇ ਖੂਹ ਵੀ ਬਹੁਤ ਡੂੰਘਾ ਕਰ ਦਿੱਤਾ। ਪਾਣੀ ਹੌਲੀ-ਹੌਲੀ ਖੂਹ ਵਿੱਚ ਭਰਨਾ ਸ਼ੁਰੂ ਹੋ ਗਿਆ। ਮਿਸਤਰੀਆਂ ਨੇ ਖੂਹ ਦੀ ਚਿਣਾਈ ਵੇਲੇ ਵਿੱਚ ਮੋਰੀਆਂ ਵੀ ਰੱਖ ਦਿੱਤੀਆਂ ਸਨ। ਉਹਨਾਂ ਮੋਰੀਆਂ ਵਿੱਚੋਂ ਵੀ ਪਾਣੀ ਸਿਮਣ ਲੱਗ ਪਿਆ। ਖੂਹ ਦੀ ਕੰਧ ਦੀ ਚਿਣਾਈ ਉਹਨਾਂ ਜ਼ਮੀਨ ਦੇ ਪੱਧਰ ਤੋਂ 6-7 ਫੁੱਟ ਉੱਚੀ ਰੱਖੀ ਸੀ। ਉਸ ਦਿਨ ਜਦੋਂ ਵੀਰਾ ਉੱਥੇ ਗਿਆ, ਕਾਰ ਸੇਵਾ ਵਾਲੇ ਉਸ ਕੰਧ ਉੱਤੇ ਮਿੱਟੀ ਦੀਆਂ ਬੋਰੀਆਂ ਭਰ ਰੱਖ ਰਹੇ ਸਨ। ਕੰਧ ਦਾ ਉਹ ਪੂਰਾ ਘੇਰਾ ਕੁਝ ਆਪਣੇ ਤੇ ਕੁਝ ਬੋਰੀਆਂ ਦੇ ਭਾਰ ਨਾਲ ਹੌਲੀ-ਹੌਲੀ ਜ਼ਮੀਨ ਵਿੱਚ ਧੱਸ ਜਾਣਾ ਸੀ। ਬਸ ਲੋੜੀਂਦੀ ਉਚਾਈ ਤੱਕ ਉਹ ਕੰਧ ਧਰਤੀ ਤੇ ਪੱਧਰ ਤੋਂ ਉੱਪਰ ਰਹਿ ਜਾਣੀ ਸੀ। ਹੁਣ ਵੀਰਾ ਖੂਹ ਦੇ ਅੰਦਰ ਨਹੀਂ ਸੀ ਝਾਕ ਸਕਦਾ। ਉਹਨੇ ਕੰਧ ਉੱਤੇ ਬੋਰੀਆਂ ਰੱਖਣ ਵਾਲਿਆਂ ਵਿੱਚੋਂ ਇੱਕ ਜਣੇ ਨੂੰ ਪੁੱਛਿਆ, ਚਾਚਾ, ਅੱਜ ਖੂਹ ਵਿੱਚੋਂ ਕੋਈ ਗਿੱਠ-ਮੁੱਠੀਆ ਨਿਕਲਿਆ ਸੀ ਭਲਾ? ਸੁੱਚਾ ਸਿੰਘ ਨੇ ਕੰਧ ਉੱਤੇ ਮਿੱਟੀ ਦੀ ਭਰੀ ਹੋਈ ਬੋਰੀ ਰੱਖ ਕੇ ਵੀਰੇ ਵੱਲ ਵੇਖਿਆ ਤੇ ਮੁਸਕਰਾਇਆ। ਨਹੀਂ, ਅੱਜ ਵੀ ਖੂਹ ਵਿੱਚੋਂ ਕੋਈ ਗਿੱਠ-ਮੁੱਠੀਆ ਨਹੀਂ ਨਿਕਲਿਆ। ਵੀਰਾ ਉੱਥੇ ਆ ਕੇ ਹਰ ਰੋਜ਼ ਇਹੋ ਸਵਾਲ ਪੁੱਛਦਾ। ਸੁੱਚਾ ਸਿੰਘ ਉਹਨੂੰ ਪਰੇ ਲੈ ਗਿਆ। ਦੋਵੇਂ ਇੱਕ ਰੁੱਖ ਦੀ ਛਾਂ ਹੇਠ ਬਹਿ ਗਏ। ਉਸ ਆਖਿਆ, ਵੇਖ ਵੀਰੇ, ਗਿੱਠ-ਮੁੱਠੀਆ ਨਾਂ ਦਾ ਕੋਈ ਜੀਵ ਨਹੀਂ ਹੁੰਦਾ। ਇਹ ਸਭ ਅਨਪੜ੍ਹਾਂ ਦੀ ਸੋਚ ਹੈ। ਵੀਰੇ ਦਾ ਮਨ ਉਦਾਸ ਹੋ ਗਿਆ। ਸੁੱਚਾ ਸਿੰਘ ਨੇ ਉਹਦਾ ਮੋਢਾ ਥਾਪੜਿਆ। ਵੇਖ ਵੀਰੇ, ਤੂੰ ਧੁੱਪੇ ਖਲੋਤਾ ਰਿਹਾ ਏਂ, ਤੈਨੂੰ ਤੇ ਵੀ ਲੱਗੀ ਹੋ ਤੇ ਭੁੱਖ ਵੀ। ਤੂੰ ਲੰਗਰ ਤੋਂ ਰੋਟੀ ਖਾ, ਚਾਹ ਬਣਨ ਵਾਲੀ ਹੈ, ਚਾਹ ਵੀ ਪੀਵੀਂ। ਪਰ ਇੱਕ ਗੱਲ ਚੇਤੇ ਰੱਖੀ, ਸੱਚ ਆਪਾਂ ਆਪ ਲੱਭਣਾ ਪੈਂਦਾ ਤੇ ਤੂੰ ਸੱਚ ਲੱਭ ਲਿਆਏ। ਵੀਰੇ ਨੇ ਉਲਝਣ ਜਿਹੀ ਵਿੱਚ ਅੱਖਾਂ ਝਮਕੀਆਂ। ਸੁੱਚਾ ਸਿੰਘ ਹੱਸਿਆ। ਵੇਖ, ਹੁਣ ਤੂੰ ਇਹ ਵੀ ਜਾਣ ਲਿਆ ਕਿ ਗਿੱਠ-ਮੁੱਠੀਆ ਨਾਂ ਦਾ ਜੀਵ ਇੱਕ ਕਲਪਨਾ ਮਾਤਰ ਹੈ। ਤੈਨੂੰ ਇਹ ਵੀ ਪਤਾ ਲੱਗ ਗਿਆ ਹੈ ਕਿ ਖੂਹ ਕਿਸ ਤਰ੍ਹਾਂ ਹੋਂਦ ਵਿੱਚ ਆਉਂਦੇ ਨੇ। ਇਸ ਤਰ੍ਹਾਂ ਗਿਆਨ ਹਾਸਲ ਕਰਨਾ ਕੋਈ ਨਿੱਕੀ ਗੱਲ ਨਹੀਂ। ਅੱਜ ਦੀ ਕਲਾਸ ਵਿੱਚ ਇੰਨਾ ਹੀ।